ਅਸੀਂ ਚੱਕਾਂਗੇ ਤੁਹਾਡੇ ਹੱਕ ਦੀ ਆਵਾਜ਼। ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਖਾਲਿਸਤਾਨ ਸਮਰਥਕ ਸਿੱਖ ਫਾਰ ਜਸਟਿਸ ਵੱਲੋਂ ਕਰਵਾਏ ਜਾ ਰਹੇ ਪੰਜਾਬ 2020 ਰੈਫਰੈਂਡਮ ਦੇ ਨਤੀਜਿਆਂ ਨੂੰ ਮਾਨਤਾ ਨਹੀਂ ਦੇਵੇਗੀ। ਕੈਨੇਡਾ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰ ਕਿਹਾ ਹੈ ਕਿ ਕੈਨੇਡਾ ਭਾਰਤ ਦੀ ਖੁਦਮੁਖਤਿਆਰੀ ਹਕੂਮਤ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਕਰਦਾ ਹੈ, ਲਿਹਾਜ਼ਾ ਕੈਨੇਡਾ ਦੀ ਸਰਕਾਰ ਕਿਸੇ ਰੈਫਰੈਂਡਮ ਨੂੰ ਮਾਨਤਾ ਨਹੀਂ ਦੇਵੇਗੀ। ਕੈਨੇਡਾ ਦੀ ਸਰਕਾਰ ਲਈ ਭਾਰਤ ਦੇ ਨਾਲ ਉਸਦੇ ਦੋ ਪੱਖੀ ਰਿਸ਼ਤੇ ਜ਼ਿਆਦਾ ਅਹਿਮੀਅਤ ਰੱਖਦੇ ਨੇ। ਰੈਫਰੈਂਡਮ 2020 ਨੂੰ ਰੱਦ ਕਰਨ ਤੋਂ ਬਾਅਦ ਲੁਧਿਆਣਾ ਦੇ MP ਰਵਨੀਤ ਸਿੰਘ ਬਿੱਟੂ ਨੇ ਇੱਕ ਵੀਡੀਓ ਜਾਰੀ ਕਰਕੇ ਟਰੂਡੋ ਸਰਕਾਰ ਦਾ ਧੰਨਵਾਦ ਕੀਤਾ ਹੈ। ਉਹਨਾਂ ਨੇ ਇਸ ਵੀਡੀਓ ਵਿੱਚ ਕੀ ਕਿਹਾ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਸਮਝਦਾ ਬਹੁਤ ਵੱਡੀ ਜਿੱਤ ਆ ਜਿਹੜੇ ਆਪਣੇ ਦੇਸ਼ ਨੂੰ ਪਿਆਰ ਕਰਦੇ ਆ, ਆਪਣੀ ਧਰਤੀ ਨਾਲ ਪਿਆਰ ਕਰਦੇ ਆ, ਆਪਣੇ ਪੰਜਾਬ ਨਾਲ ਪਿਆਰ ਕਰਦੇ ਆ, ਤੇ ਖਾਸ ਤੌਰ ਤੇ NRIs ਜਿਹੜੇ ਵਿਦੇਸ਼ਾਂ ਦੀ ਧਰਤੀ ਤੇ ਸਾਡੇ ਪੰਜਾਬੀ ਬੈਠੇ ਆ, ਚਾਹੇ ਉਹ ਕੈਨੇਡਾ ਦੀ ਗੱਲ ਕੀਤੀ ਜਾਵੇ, ਚਾਹੇ ਉਹ ਅਮਰੀਕਾ USA ਦੀ ਗੱਲ ਕੀਤੀ ਜਾਵੇ, ਇੰਗਲੈਂਡ ਦੀ ਗੱਲ ਕੀਤੀ ਜਾਵੇ, ਯੂਰਪੀਅਨ ਕੰਟਰੀਜ਼ ਦੀ ਗੱਲ ਕੀਤੀ ਜਾਵੇ, ਉਹ ਅੱਜ ਮੈਂ ਸਮਝਦਾ ਜਿਹੜੇ 99% ਲੋਕ ਨੇ ਉਹਨਾਂ ਦੀ ਅੱਜ ਜਿੱਤ ਹੋਈ ਆ। ਜਿਹੜੇ 1% ਜਿਨ੍ਹਾਂ ਦਾ ਸਰਗਨਾ, ਜਿਨ੍ਹਾਂ ਦਾ ਸਰਦਾਰ ਉਹ ਪੰਨੂ ਸਾਹਿਬ, ਜਿਨ੍ਹਾਂ ਨੂੰ ਕਿਹਾ ਜਾਂਦਾ ਪੂੰਛ ਵਾਲੇ ਪੰਨੂ ਸਾਹਿਬ, ਤੇ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਜਿੰਨੀ ਵੀ ਰੈਫਰੈਂਡਮ ਦੀ 2020 ਦੀ, ਮੈਂ ਸਮਝਦਾ ਜਸਟਿਨ ਟਰੂਡੋ ਸਾਹਿਬ ਨੇ ਜਿਹੜੇ ਉੱਥੇ ਦੇ ਪ੍ਰਧਾਨ ਮੰਤਰੀ ਨੇ, ਕੈਨੇਡਾ ਦੇ ਪ੍ਰਧਾਨ ਮੰਤਰੀ ਨੇ, ਜਿਨ੍ਹਾਂ ਨੂੰ ਇਹ ਸਮਝਦੇ ਸੀ ਵੀ ਅਸੀਂ ਜੇਬ 'ਚ ਪਾਈ ਫਿਰਦੇ ਹਾਂ, ਤੇ ਸਭ ਤੋਂ ਵੱਡੀ ਦੇਸ਼ ਦੇ ਖਿਲਾਫ, ਪੰਜਾਬ ਦੇ ਖਿਲਾਫ ਇਹ ਜਿਹਾਦ ਜੰਗ ਆ ਜਿਹੜੀ ਉਸ ਧਰਤੀ ਤੋਂ ਸ਼ੁਰੂ ਕਰ ਰਹੇ ਸੀ। ਹਮੇਸ਼ਾ ਉੱਥੇ ਦੀ ਗੱਲ ਕਰਦੇ ਸੀ, ਉੱਥੇ ਦੀ ਲੋਕਤੰਤਰ ਦੀ, ਡੈਮੋਕ੍ਰੇਸੀ ਦੀ ਗੱਲ ਕਰਦੇ ਸੀ, ਆਪਣੇ MPਆਂ ਦੀ ਗੱਲ ਕਰਦੇ ਸੀ, ਆਪਣੀ ਵੋਟ ਦੀ ਤਾਕਤ ਦਿਖਾਉਂਦੇ ਸੀ। ਪਰ ਉਹਨਾਂ ਨੇ ਇਹ ਸਾਰੀਆਂ ਚੀਜ਼ਾਂ, ਜਿੱਦਾਂ ਦਾ ਰੈਫਰੈਂਡਮ ਸ਼ੁਰੂ ਹੋਇਆ ਜਾਂ ਪਿਛਲੇ ਮਹੀਨੇ ਤੋਂ, ਉਹਨਾਂ ਨੇ ਇੱਕ ਇੱਕ ਚੀਜ਼ ਚੈੱਕ ਕਰਕੇ, ਕਿਉਂਕਿ ਉਹਨਾਂ ਦੀਆਂ ਵੀ ਆਖਰ ਇੰਟੈਲੀਜੈਂਸ ਏਜੰਸੀਜ਼ ਨੇ, ਉਹਨਾਂ ਨੇ ਦੇਖਿਆ ਵੀ ਜਿਹੜੇ 99% ਜਿਹੜੇ ਪੰਜਾਬੀ ਨੇ ਉਰੇ ਵਸੇ ਹੋਏ ਨੇ ਸਾਡੇ ਦੇਸ਼ ਦੇ ਵਿੱਚ, ਉਹ ਤਾਂ ਆਪਣੇ ਦੇਸ਼ ਨਾਲ ਨੇ, ਦੇਸ਼ 'ਚ ਰੋਜ਼ ਜਾਂਦੇ ਆ, ਉੱਥੋਂ ਇੱਥੇ ਆਉਂਦੇ ਨੇ, ਤੇ ਤਾਲਮੇਲ ਆ ਜਿਹੜਾ ਸਾਡਾ, ਅਸੀਂ ਇੰਡੀਆ ਨਾਲ ਬਣਾ ਕੇ ਰੱਖਣੀ ਆ, ਵਪਾਰ ਸਾਡਾ ਇਹ ਸਾਰਾ ਕੁਛ ਆ, ਐਡਾ ਵੱਡਾ ਤਾਕਤ ਆ ਦੇਸ਼। ਤੇ ਉਹਨਾਂ ਨੇ ਖਾਸ ਤੌਰ ਤੇ ਜਿਹੜਾ ਕੱਲ ਬਿਆਨ ਜਾਰੀ ਕਰਕੇ ਬਹੁਤ ਵੱਡੀ, ਮੈਂ ਸਮਝਦਾ ਪੰਨੂ ਸਾਹਿਬ ਐਂਡ ਕੰਪਨੀ, ਮੈਂ ਸ਼ਬਦ ਵਰਤਣਾ ਤਾਂ ਨਹੀਂ ਚਾਹੁੰਦਾ ਸੀ, ਪਰ ਬਹੁਤ ਵੱਡੀ ਮੂੰਹ ਤੇ ਚਪੇੜ ਆ ਜਿਹੜੀ ਉਹ ਜਸਟਿਨ ਟਰੂਡੋ ਸਾਹਿਬ ਨੇ ਤੇ ਉਹਨਾਂ ਦੀ ਕੈਬਨਿਟ ਨੇ ਸਾਰੀ ਨੇ ਮਾਰੀ ਆ। ਤੇ ਅੱਜ ਪੰਨੂ ਸਾਹਿਬ ਹਿੱਲੇ ਹੋਏ ਨੇ। ਅੱਜ ਉਹਨਾਂ ਦਾ ਜਿਹੜਾ ਅੱਗੇ ਉਹ ਬੜੀ ਮਤਲਬ ਬਹੁਤ ਹੀ ਔਖੀ ਆਵਾਜ਼ ਦੇ ਵਿੱਚ, ਬੜਾ ਹੀ ਧਮਕੀ ਭਰੇ ਲਹਿਜੇ ਨਾਲ ਉਹ ਆਪਣੀਆਂ ਵੀਡੀਓਜ਼ ਬਣਾ ਕੇ ਉਰੇ ਭੇਜਦੇ। ਪਰ ਅੱਜ ਗੱਲ ਜਿਹੜੀ ਮੈਂ ਖਾਸ ਤੌਰ ਤੇ ਤੁਹਾਡੀ ਕਰਾਂ ਵੀ ਤੁਸੀਂ ਸਿਰਫ ਤੇ ਸਿਰਫ ਤੁਹਾਡੇ ਕੋਲ ਇੱਕ ਜਗ੍ਹਾ ਬਚੀ ਹੈ, ਇੱਕ ਧਰਤੀ। ਹੁਣ ਮੈਂ ਤੁਹਾਨੂੰ ਹਫ਼ਤਾ ਪਹਿਲਾਂ ਮੈਂ ਇੱਕ ਸੁਨੇਹਾ ਪਹਿਲਾਂ ਦਿੱਤਾ ਸੀ, ਮੈਂ ਕੋਈ ਆਪਣੇ ਆਪ ਤਕੜਾ ਦੀ ਆਪਣੀ ਨਹੀਂ ਮੈਂ ਗੱਲ ਕੀਤੀ ਸੀ, ਮੈਂ ਆਪਣੇ ਇਹ 130 ਕਰੋੜ ਦੇਸ਼ ਵਾਸੀਆਂ ਦੀ ਤੇ ਸਾਡੇ ਜਿਹੜਾ ਪੰਜਾਬ ਆ, ਪੰਜਾਬੀਆਂ ਦੀ ਆਵਾਜ਼ 'ਚ ਗੱਲ ਕੀਤੀ ਸੀ ਵੀ ਭਾਈ, ਜਦੋਂ ਸਾਡੀ ਸਟੇਟ ਨੇ ਪੰਨੂ ਸਾਹਿਬ ਤੁਹਾਨੂੰ ਟੈਰਰਿਸਟ ਐਲਾਨ ਦਿੱਤਾ ਤੇ ਹੁਣ ਦਿਨ ਤੁਹਾਡੇ ਬਹੁਤ ਥੋੜੇ ਨੇ। ਅੱਜ ਜਿਹੜਾ ਹਿੰਦੁਸਤਾਨ ਆ, ਇੰਡੀਆ ਏ, ਉਹ ਇੱਕ ਬਹੁਤ ਵੱਡੀ ਤਾਕਤ ਆ। ਇਹਦੇ ਬਰਾਬਰ ਦੇ ਅੱਜ ਉਹ ਦਿਨ ਪਹਿਲਾਂ ਸੀਗੇ ਵੀ ਅਮਰੀਕਾ, ਕੈਨੇਡਾ, ਇੰਗਲੈਂਡ ਉਹੀ ਗੋਰੇ ਸਮਝਦੇ ਸੀ ਸ਼ਾਇਦ ਉਹ ਸਾਡਾ ਉਹੀ ਗੁਲਾਮ ਮੁਲਕ ਆ। ਅੱਜ ਨਹੀਂ, ਅੱਜ ਇਹ ਪਾਵਰ ਬਣ ਗਿਆ ਏ। ਅੱਜ ਉਹਨਾਂ ਨੂੰ ਇਸ ਮੁਲਕ ਦੀ ਲੋੜ ਆ। ਐਡੇ ਦਿਮਾਗ, ਐਡੇ ਬ੍ਰੇਨ ਇੱਥੇ ਬੈਠੇ ਨੇ ਕਿ ਉਹਨਾਂ ਦਾ ਕੰਮ ਇੱਥੋਂ ਚੱਲਦਾ ਏ। ਤੇ ਉਹਨਾਂ ਨੇ ਫੈਸਲਾ ਜਿਹੜਾ ਅੱਜ ਕੀਤਾ ਹੈ, ਹੁਣ ਤੁਹਾਨੂੰ ਮੈਂ ਕਿਹਾ ਸੀ ਕੁਝ ਦਿਨ ਪਹਿਲਾਂ ਵੀ ਉਹ ਦਿਨ ਬਹੁਤ ਨੇੜੇ ਆ, ਜਿੱਦਣ ਤੁਹਾਡੇ USA ਦੇ ਵਿੱਚ ਤੁਸੀਂ ਇਹ ਸਭ ਤੋਂ ਟੌਪ ਨਿਊਜ਼ ਆਏਗੀ। ਮੈਂ ਤਾਂ 1 ਸਾਲ ਕਿਹਾ ਸੀ, ਸ਼ਾਇਦ ਹੁਣ ਉਦੋਂ ਵੀ ਦਿਨ ਥੋੜੇ ਨੇੜੇ ਆ ਗਏ ਨੇ ਵੀ ਜਦੋਂ ਤੁਹਾਡੇ ਮੁਲਕ ਦੇ ਰਾਸ਼ਟਰਪਤੀ ਟਰੰਪ ਤੁਹਾਨੂੰ ਹੱਥਕੜੀਆਂ ਲਾ ਕੇ ਉੱਥੇ ਇੰਡੀਆ ਦੇ ਵਿੱਚ ਪੰਨੂ ਸਾਹਿਬ ਤੇ ਤੁਹਾਡੀ ਜਿਹੜੀ ਟੀਮ ਆ, ਜਿਹੜੇ ਵੱਖ ਵੈਬਸਾਈਟਸ ਜਾਂ ਚੈਨਲਸ ਤੇ ਜਿਹੜਾ ਹਰ ਵੇਲੇ ਮੁਲਕ ਦੇ ਉਲਟ ਬੋਲਦੇ, ਉਹ ਟੋਟਲ ਫਲਾਈਟ ਤੁਹਾਡੇ ਉਹ ਮੁਲਕ ਦੇ ਜਿਹੜੇ ਟੈਰਰਿਸਟ ਹੋ ਤੁਸੀਂ ਐਲਾਨੇ ਹੋਏ, ਤੇ ਉੱਥੇ ਵੀ ਟੈਰਰਿਸਟ ਹੋ ਜਿਹੜੇ ਕੰਟਰੀ ਐਲਾਨ ਦਿੰਦੀ ਆ। ਅਸੀਂ ਕਦੇ ਇੱਥੇ ਬਹਿ ਕੇ ਕਿਊਬਿਕ ਸਟੇਟ ਆ ਜਾਂ ਕਿਸੇ ਉਹਨਾਂ ਦੀ ਸਟੇਟ 'ਚ
ਜੇ ਕੈਨੇਡਾ ਦੇ, ਅਮਰੀਕਾ ਦੇ, ਇੰਗਲੈਂਡ ਦੇ ਉਲਟ ਇੱਥੇ ਇੰਡੀਆ 'ਚ ਕੋਈ ਬਹਿ ਕੇ ਕੋਈ ਸਾਜ਼ਿਸ਼ ਰਚੇ ਤੇ ਫਿਰ ਉਹ ਮੁਲਕ ਬਰਦਾਸ਼ਤ ਕਰਨਗੇ ਤੇ ਇੰਡੀਆ ਵੀ ਕਿਵੇਂ ਬਰਦਾਸ਼ਤ ਕਰੇ ਵੀ ਉਹਨੂੰ ਤੋੜਨ ਦੇ ਉਸ ਮੁਲਕਾਂ ਦੇ ਵਿੱਚ ਬਹਿ ਕੇ ਤੁਸੀਂ ਮਨਸੂਬੇ ਬਣਾਓ। ਤੇ ਇਹ ਬਹੁਤ ਅੱਜ ਤੁਸੀਂ ਹੁਣ ਹਿੱਲ ਗਏ ਹੋ। ਅੱਜ ਤੁਸੀਂ ਕਹਿੰਦੇ ਹੋ ਜਸਟਿਨ ਟਰੂਡੋ ਕੋਲ ਤਾਂ ਆਪ ਮੈਜੋਰਿਟੀ ਨਹੀਂ ਗੀ ਜੀ, ਜਿਹਨੂੰ ਤੁਸੀਂ ਜਿੰਦਾਬਾਦ ਦੇ ਨਾਰੇ ਲਾਉਂਦੇ ਸੀ, ਇਹ ਕਹਿੰਦੇ ਸੀ ਵੀ ਇੱਥੇ ਲੋਕਤੰਤਰ ਵੱਸਦਾ ਏ, ਅੱਜ ਜਦੋਂ ਉਹਨੇ ਤੁਹਾਨੂੰ ਚਪੇੜ ਮਾਰੀ ਆ ਮੂੰਹ ਤੇ, ਅੱਜ ਤੁਸੀਂ ਕਹਿਣ ਲੱਗੇ ਜੀ ਉਹਦੇ ਕੋਲ ਤਾਂ ਮੈਜੋਰਿਟੀ ਹੋ ਨਹੀਂ, ਉਹ ਤਾਂ ਕਹਿ ਹੀ ਨਹੀਂ ਸਕਦਾ, ਇੰਟਰਨੈਸ਼ਨਲ ਲਾਅ ਜਿਹੜੇ ਆ ਉਹ ਅਲੱਗ ਨੇ। ਅੱਜ ਉਹ ਦੇਸ਼ ਵੀ ਤੁਸੀਂ ਇੰਡੀਆ ਦੇ ਨਾਲ ਖੜਾ ਕਰਤਾ ਲਿਆ ਕੇ। ਤੇ ਹੁਣ ਬਹੁਤ ਦਿਨ ਨੇੜੇ ਨੇ ਜਦੋਂ ਇਹ ਕੈਨੇਡਾ 'ਚ ਤਾਂ ਹੁਣ ਵੜ ਨਹੀਂ ਸਕਦੇ, ਹੁਣ ਵੜ ਕੇ ਦਿਖਾਉਣ ਉੱਥੇ ਇਹ ਪੰਨੂ ਸਾਹਿਬ ਉਸ ਮੁਲਕ ਦੇ ਵਿੱਚ ਕੈਨੇਡਾ ਦੇ ਵਿੱਚ ਕਰਨ ਆ ਕੇ ਕਿਸੇ ਗੁਰਦੁਆਰਾ ਸਾਹਿਬ 'ਚ ਗੱਲ। ਪਰ ਹੁਣ ਅਮਰੀਕਾ ਦੇ ਵਿੱਚ ਵੀ ਬਹੁਤ ਆਉਣ ਵਾਲੇ ਦਿਨਾਂ ਦੇ ਵਿੱਚ ਉੱਥੇ ਵੀ ਤੁਹਾਡੀ ਇਹ US ਜਿਹੜਾ ਮੀਡੀਆ ਹੈ ਤੁਸੀਂ ਇੰਟਰਨੈਸ਼ਨਲ ਬਣਾਇਆ ਹੋਇਆ, ਉਹ ਵੀ ਤੇ ਤੁਸੀਂ ਵੀ ਟੈਰਰਿਸਟ ਐਲਾਨੇ ਜਾਓਗੇ। ਤੇ ਬਹੁਤ ਦਿਨ ਨੇੜੇ ਨੇ ਵੀ ਜਦੋਂ 2020 ਦੀ ਤੇ ਰੈਫਰੈਂਡਮ ਦੀ ਮੁਹਿੰਮ ਪਾਕਿਸਤਾਨ 'ਚ ਇਕੱਲੇ ਰਹਿ ਜਾਏਗੀ, ਅਮਰੀਕਾ 'ਚ ਵੀ ਜਿਹੜੀ ਆ ਉਹ ਬੰਦ ਹੋ ਜਾਏਗੀ। ਤੁਹਾਡੀ ਇੰਨੀ ਹਿੰਮਤ ਨਹੀਂ ਗੀ। ਤੇ ਇੱਕ ਮੇਰੀ ਬੇਨਤੀ ਆ, ਸਾਰੇ ਮੇਰੇ ਆਰਗੇਨਾਈਜੇਸ਼ਨਸ ਨੇ ਜਿਹੜੀਆਂ ਇਹਨਾਂ ਨਾਲ ਲੜਾਈ ਲੜ ਰਹੀਆਂ ਨੇ, ਜਿੱਥੇ ਜਿੱਥੇ ਇਹਨਾਂ ਨੇ ਗੁਰਦੁਆਰੇ ਸਾਹਿਬਾਂ ਕਮੇਟੀਆਂ ਤੇ ਕਬਜ਼ੇ ਕੀਤੇ ਆ, ਹੋਰ ਇਹਨਾਂ ਦੇ ਬੜੇ, ਕਿਉਂਕਿ ਸਾਰੇ ਕਾਨੂੰਨ ਮੰਨਣ ਵਾਲੇ ਲੋਕ ਨਹੀਂ ਗੇ। ਇਹ ਇੱਥੇ ਵੀ ਕਾਨੂੰਨ ਜੇ ਤੋੜਦੇ ਆ ਤੇ ਉੱਥੇ ਵੀ ਕਾਨੂੰਨ ਤੋੜਦੇ ਆ। ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ, ਸਾਰੇ NRI ਭਰਾ ਜਿਹੜੇ ਵੀ ਇਹ ਪੰਨੂ ਐਂਡ ਕੰਪਨੀ ਜਿੰਨੇ ਵੀ ਰੈਫਰੈਂਡਮ ਵਾਲੇ ਨੇ 2020 ਵਾਲੇ ਨੇ, ਕਿਉਂਕਿ ਇਹ ਬਦਮਾਸ਼ ਲੋਕ ਨੇ, ਇਹ ਮੈਨੂੰ ਉੱਥੋਂ ਟੈਲੀਫੋਨਸ ਆ ਰਹੇ ਨੇ ਜਦੋਂ ਦੇ ਇਹ ਗੱਲ ਸ਼ੁਰੂ ਹੋਈ ਆ ਬਈ ਭਾਈ ਆਹ ਸਾਡੀ ਪ੍ਰਾਪਰਟੀ ਇਹਨਾਂ ਨੇ ਦੱਬੀ ਆ, ਆਹ ਸਾਡੇ ਨਾਲ ਇਹਨਾਂ ਨੇ ਧੱਕਾ ਕੀਤਾ ਹੈ, ਸਾਡੇ ਇਹਨਾਂ ਦੇ ਰਿਸ਼ਤੇਦਾਰ ਪਿੱਛੇ ਸਾਡੇ ਪਿੰਡਾਂ 'ਚ ਆਹ ਸਾਡੇ ਨਾਲ ਕਰ ਰਹੇ ਆ। ਠੀਕ ਆ, ਇਹ ਇਹਨਾਂ ਦੇ ਬਹੁਤ ਇੱਕਦਮ ਇਹਨਾਂ ਦੀ ਅੱਗ ਲੱਗੂਗੀ, ਇਹ ਵੀ ਉਹ ਮੈਸੇਜ ਕਰਨਗੇ, ਹੋਰ ਕਰਨਗੇ। ਪਰ ਮੇਰੀ ਬੇਨਤੀ ਹੈ, ਅਸੀਂ ਕਿਸੇ ਦਾ ਜੇ ਆਪਣਾ ਕੋਈ ਨਾਂ ਵੀ ਨਹੀਂ ਦੱਸਣਾ ਚਾਹੁੰਦਾ, ਉਹ ਵੀ ਤੁਸੀਂ ਵੀ ਚਾਹੇ ਨਾ ਦੱਸੋ, ਪਰ ਅਸੀਂ ਵੀ ਡਿਸਕਲੋਜ਼ ਨਹੀਂ ਤੁਹਾਡਾ ਬਿਲਕੁਲ ਨਾ ਕਰਾਂਗੇ, ਕਿਉਂਕਿ ਇਹ ਬਾਹਰ ਉੱਥੇ ਇਹ ਖਤਰਨਾਕ ਲੋਕ ਨੇ, ਲੋਕ ਡਰਦੇ ਨੇ ਕਿ ਕੋਈ ਐਸੀ ਇਹ ਗੱਲ ਨਾ ਕਰ ਦੇਣ। ਪਰ ਜਿੱਥੇ ਜਿੱਥੇ ਅਮਰੀਕਾ, ਕੈਨੇਡਾ, ਇੰਗਲੈਂਡ, ਯੂਰਪ, ਜਿੱਥੇ ਜਿੱਥੇ ਜਿਹੜੇ ਗੁਰਦੁਆਰੇ ਸਾਹਿਬਾਂ 'ਚ ਇਹਨਾਂ ਦੀਆਂ ਰੈਫਰੈਂਡਮ 2020 ਵਾਲੇ ਤੇ ਖਾਲਿਸਤਾਨ ਖਾੜਕੂ ਗਰੁੱਪ ਨੇ, ਜਿੰਨੇ ਵੀ ਇਹਨਾਂ ਨੇ ਕਿਹੜੇ ਗੁਰਦੁਆਰੇ 'ਚ ਕਬਜ਼ਾ ਕੀਤਾ ਹੈ, ਕਿਹੜੇ ਗੁਰਦੁਆਰਿਆਂ ਦੇ ਵਿੱਚ ਇਹ ਕਬਲੇ ਕਰ ਰਹੇ ਆ, ਉੱਥੇ ਦੀ ਜਿਹੜੀ ਸੰਗਤ ਦਾ ਪੈਸਾ ਉਹ ਖਾ ਰਹੇ ਨੇ, ਉਹਦੇ ਬਾਰੇ ਮੈਂ ਇੱਕ ਤੁਹਾਨੂੰ ਆਪਣੀ ਜਿਹੜੀ ਈਮੇਲ ਆ, ਐਡਰੈਸ ਆ, ਉਹ ਮੈਂ ਐਂਡ 'ਚ ਦੱਸੂਗਾ। ਉਹਦੇ ਉੱਤੇ ਵੱਧ ਤੋਂ ਵੱਧ ਤੁਸੀਂ ਜਿਹੜਾ ਆਪਣੇ ਜਿਹੜੇ ਈਮੇਲਸ ਤੇ ਇਹਨਾਂ ਦੇ ਬਾਰੇ ਦੱਸੋ। ਤੇ ਜਿਹੜੇ ਇੰਡੀਆ 'ਚ ਵੀ ਇਹਨਾਂ ਦੇ ਪਿੱਛੇ ਰਿਸ਼ਤੇਦਾਰ ਨੇ ਜਾਂ ਇਹਨਾਂ ਨੇ ਜੋ ਕ੍ਰਾਈਮ ਕੀਤੇ ਹੋਵੇ, ਕਿਉਂਕਿ ਤੁਸੀਂ ਇਹਨਾਂ ਦੇ ਇਲਾਕੇ ਦੇ ਹੋ, ਨਾਲ ਕੋਈ ਗੁਆਂਢੀ ਹੁੰਦਾ, ਕੋਈ ਪਤਾ ਹੁੰਦਾ ਸਭ ਦਾ ਵੀ ਇਹ ਉਰੇ ਇਹਨਾਂ ਦਾ ਕੀ ਰਿਕਾਰਡ, ਕੀ ਇਹਨਾਂ ਨੇ ਉਰੇ ਪਿੱਛੋਂ ਕਿੰਨੇ ਕੇਸਿਸ ਇਹਨਾਂ ਦੇ ਬਣੇ ਹੋਏ ਨੇ, ਤੇ ਪਿੱਛੇ ਇਹਨਾਂ ਦੇ ਰਿਸ਼ਤੇਦਾਰ ਕੀ ਕਰ ਰਹੇ ਨੇ ਉਰੇ, ਕਿਹੜੇ ਉਹਨਾਂ ਦੇ ਕੇਸ ਨੇ ਜਾਂ ਕਿਹੜੇ ਗਲਤ ਕੰਮ ਕਰਕੇ ਇੱਥੋਂ ਉੱਥੇ ਭੱਜੇ ਆ। ਸਾਰਿਆਂ ਦਾ ਜਿਹੜਾ ਰਿਕਾਰਡ ਕਾਫੀ ਬੰਦਿਆਂ ਨੇ ਮੈਨੂੰ ਇਹ ਭੇਜਿਆ ਹੈ, ਤੇ ਅਸੀਂ ਉਹ ਸਾਰਾ ਬਲੰਦਾ ਬਣਾ ਕੇ ਆਪਣੀ ਮਿਨਿਸਟਰੀ ਦੇ ਥਰੂ, ਜਿਵੇਂ ਆਹ ਗੱਲਾਂ ਅਸੀਂ ਕੀਤੀਆਂ, ਉਹਨਾਂ ਨੇ ਇਹਨਾਂ ਨੂੰ ਬਿਲਕੁਲ ਬੈਨ ਕੀਤਾ ਹੈ। ਆਖਰ ਇਹ ਹਿੰਦੁਸਤਾਨ ਦੀ ਜਿਹੜੀ ਸਾਡੀ ਮਿਨਿਸਟਰੀ ਆ, ਚਾਹੇ ਹੋਮ ਮਿਨਿਸਟਰੀ ਆ, ਚਾਹੇ ਫੋਰਨ ਅਫੇਅਰਸ ਨੇ, ਉਹਨਾਂ ਦੇ ਐਂਬੈਸਡਰਸ ਰੋਜ਼ ਗੱਲ ਕਰਕੇ ਇਹ ਕੰਮ ਇੱਥੇ ਤੱਕ ਹੋਇਆ ਹੈ। ਤੇ ਉਸੇ ਤਰੀਕੇ ਨਾਲ ਤੁਹਾਡੀ 100% ਮੈਂ ਗਾਰੰਟੀ ਕਹਿਣਾ ਮਦਦ ਕਰਾਂਗੇ। ਜਿੰਨੀਆਂ ਵੀ ਆਰਗੇਨਾਈਜੇਸ਼ਨਸ ਇਹਨਾਂ ਨਾਲ ਉਲਟ ਲੜ ਰਹੀਆਂ, ਜਿਨ੍ਹਾਂ ਨਾਲ ਜਿੱਥੇ ਕਿਹੜੇ ਗੁਰਦੁਆਰੇ ਜਾਂ ਹੋਰ ਕਿਤੇ ਵੀ ਇਹਨਾਂ ਨੇ ਉਹਨਾਂ ਨੂੰ ਧੱਕੇ ਨਾਲ ਡਰਾ ਧਮਕਾ ਕੇ ਬਾਹਰ ਕੱਢਿਆ ਹੈ, ਤੇ ਕਿਹੜੇ ਗੁਰਦੁਆਰਿਆਂ ਦੇ ਵਿੱਚ ਇਹ ਜਿਹੜੀ ਫੰਡਿੰਗ ਆ ਉਹਦੀ ਇਹ ਸਾਰਾ ਖਾ ਰਹੇ ਨੇ, ਇਸ ਕੰਮ ਤੇ ਲਾ ਰਹੇ ਆ, ਰੇਡੀਓ ਚਲਾ ਰਹੇ ਨੇ, ਚਾਹੇ ਹੋਰ ਕੰਮ ਕਰ ਰਹੇ ਆ, ਟੈਲੀਫੋਨਸ ਕਰ ਰਹੇ ਆ, ਕਰੋੜਾਂ ਰੁਪਏ ਦਾ ਪੈਸਾ ਕਿੱਥੋਂ ਆ ਰਿਹਾ, ਉਹ ਸਾਰਾ ਇਹਨਾਂ ਦਾ ਦੱਸੋ। ਤੇ ਖਾਸ ਤੌਰ ਤੇ ਜੇ ਪਰਸਨਲ ਜਿੱਥੇ ਵੀ ਇਹ 100-200 ਲੋਕ ਨੇ, ਜਿੱਥੇ ਵੀ ਇਹਨਾਂ ਨੇ ਕੋਈ ਵੀ ਐਸੀ ਮਾੜੇ ਕੰਮ ਕੀਤੇ ਆ, ਇਹਨਾਂ ਦੀ ਲਿਸਟ ਸਾਡੇ ਕੋਲ ਭੇਜੋ। ਅਸੀਂ ਆਪਣੇ ਤਰੀਕੇ ਨਾਲ ਗਵਰਨਮੈਂਟ ਦੇ ਥਰੂ, ਚਾਹੇ ਕਾਨੂੰਨ ਦੇ ਤਰੀਕੇ ਨਾਲ, ਚਾਹੇ ਤੁਹਾਨੂੰ ਉੱਥੇ ਅਸੀਂ ਕਿਸੇ ਤਰੀਕੇ ਨਾਲ ਮਦਦ ਕਰੀਏ। ਜਿਹੜੇ ਉਰੇ ਇਹਨਾਂ ਨੇ ਕੰਮ ਕੀਤੇ ਆ, ਉਰੇ ਜੇ ਇਹ ਗਲਤ ਕਿਸੇ ਦੀ ਮਦਦ ਕਰਦੇ ਆ, ਉਹ ਬਿਲਕੁਲ ਅਸੀਂ ਲਾਇਰ ਵੀ, ਵਕੀਲ ਵੀ ਕਰਕੇ ਦੇਵਾਂਗੇ, ਅਸੀਂ ਗਵਰਨਮੈਂਟ 'ਚ ਉਹਦੀ ਮਦਦ ਵੀ ਕਰਾਂਗੇ। ਪਰ ਹੁਣ ਟਾਈਮ ਆ ਗਿਆ, ਇਹ ਇਸ ਵੇਲੇ ਬਿਲਕੁਲ ਲੋਹਾ ਗਰਮ ਆ। ਜਦੋਂ ਥੋੜਾ ਮਾਰਨ ਦੀ ਲੋੜ ਹੁੰਦੀ ਆ ਨਾ, ਇਸ ਵੇਲੇ ਥੋੜਾ ਹੈ ਜਿਹੜਾ ਉਹ ਬਿਲਕੁਲ ਜਸਟਿਸ ਟਰੂਡੋ ਸਾਹਿਬ ਨੇ ਇਹਨਾਂ ਤੇ ਮਾਰਤਾ ਹੈ, ਤੇ ਇੱਕ ਜਿਹੜਾ ਇਹਨਾਂ ਦਾ ਭਾਂਡਾ ਚੱਕਣਾ ਚੂਰ ਹੋ ਗਿਆ। ਤੇ ਕੁਝ ਦਿਨਾਂ 'ਚ ਅਮਰੀਕਾ 'ਚ ਵੀ ਇਹ ਹੋਣਾ, ਬਾਕੀ ਦੇਸ਼ਾਂ 'ਚ ਵੀ ਇਹ ਹੋਣਾ ਹੈ। ਤੇ ਇਸ ਕਰਕੇ ਪੰਨੂ ਸਾਹਿਬ ਅੱਜ ਜੰਮੂ ਕਸ਼ਮੀਰ ਦੀ ਗੱਲ ਕਰ ਰਹੇ ਆ, ਦਿੱਲੀ ਦੀ ਗੱਲ ਕਰ ਰਹੇ ਆ,
ਪਰ ਜਿਹੜਾ ਇਹ ਨਹੀਂ ਸੋਚਿਆ ਵੀ ਜਿਸ ਘਰ 'ਚ ਬੈਠੇ ਹੋ ਉਹ ਘਰ ਹੀ ਖੋਖਲਾ ਹੈ, ਉਹ ਅੱਜ ਘਰ ਹੀ ਢਹਿ ਗਿਆ। ਜਿਹੜਾ ਕੈਨੇਡਾ 'ਚ ਦੇਖੋ ਸਭ ਤੋਂ ਵੱਧ ਜੇ ਕੋਈ ਪੰਜਾਬੀ ਪੰਜਾਬ ਤੋਂ ਬਾਅਦ ਹਿੰਦੁਸਤਾਨ ਤੋਂ ਬਾਅਦ ਜੇ ਕਿਤੇ ਕੋਈ ਪੰਜਾਬੀ ਆ NRI ਉਹ ਕੈਨੇਡਾ ਮੁਲਕ ਆ। ਤੇ ਉੱਥੇ ਦੇ ਪ੍ਰਧਾਨ ਮੰਤਰੀ ਨੇ ਇਹ ਦੇਖ ਲਿਆ ਵੀ ਲੋਕ ਕਿਹਦੇ ਨਾਲ ਨੇ, ਲੋਕ ਕੀ ਚਾਹੁੰਦੇ ਆ, ਤੇ ਉਹਨਾਂ ਨੇ ਇਹ ਅੱਜ ਫੈਸਲਾ ਇਹਨਾਂ ਦੇ ਉਲਟ ਵੀ ਸਾਡੀ ਧਰਤੀ ਰੈਫਰੈਂਡਮ 2020 ਲਈ ਬਿਲਕੁਲ ਅਸੀਂ ਵਰਤਣ ਨਹੀਂ ਦੇਵਾਂਗੇ। ਅੱਜ ਕਹਿ ਰਹੇ ਸਾਡੇ ਰੇਡੀਓ ਬੰਦ ਕਰਾ ਕੇ ਦਿਖਾਉਣ, ਉਹ ਕਰਾ ਦੇਣ, ਉਹ ਛੋਟੇ ਕੰਮਾਂ 'ਚ ਉਹਨਾਂ ਨੇ ਥੋੜੀ ਪੈਣਾ ਹੈ। ਜੋ ਸੁਨੇਹਾ ਦੇਣਾ ਸੀ ਉਹ ਉਹਨਾਂ ਨੇ ਲੋਕਾਂ ਨੂੰ ਦੇਤਾ ਵੀ ਭਾਈ ਬਿਲਕੁਲ ਵੀ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਜੇ ਸਾਡੀ ਧਰਤੀ ਸਾਡੀ ਬਾਉਂਡਰੀਜ਼ ਨੂੰ ਤੁਸੀਂ ਇਸ ਕੰਮ ਲਈ ਵਰਤੋਗੇ। ਤੇ ਅੱਜ ਇੱਕ ਬਹੁਤ ਹੀ ਖੁਸ਼ੀ ਦਾ ਮੌਕਾ ਹੈ। ਮੈਂ ਸਮਝਦਾ ਹਿੰਦੁਸਤਾਨ ਦੀ, ਇੰਡੀਆ ਦੀ, ਪੰਜਾਬ ਦੀ, ਪੰਜਾਬੀਅਤ ਦੀ ਅਮਨ ਚੈਨ ਚਾਹਣ ਵਾਲੇ ਲੋਕ ਨੇ, ਜਿਹੜੇ ਪੰਜਾਬ ਦੇ ਜਿਨ੍ਹਾਂ ਦੇ ਰਿਸ਼ਤੇ ਨੇ, ਜਿਹੜੇ ਪੰਜਾਬ ਨੂੰ ਚੰਗਾ ਦੇਖਣਾ ਚਾਹੁੰਦੇ ਆ ਤੇ ਪੰਜਾਬ 'ਚ ਇਹ ਖੂਨ ਦੀ ਹੋਲੀ ਨਹੀਂ ਖੇਡਣਾ ਚਾਹੁੰਦੇ। ਅੱਜ ਉਹਨਾਂ ਤੇ ਬਹੁਤ ਵੱਡੀ ਚਪੇੜ ਆ ਜਿਹੜੀ ਉਹ ਕੈਨੇਡੀਅਨ ਗਵਰਨਮੈਂਟ ਨੇ ਜਿਹੜੀ ਮਾਰੀ ਆ। ਮੈਂ ਇਸ ਕਰਕੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕ ਦਿੰਦਾ, ਵਧਾਈ ਦਿੰਦਾ। ਤੇ ਅੱਗੇ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਆ ਰਵਨੀਤ ਬਿੱਟੂ @gmail.com ਮੇਰੀ ਕੋਈ ਵੀ ਇਸ ਇਹਤੇ ਮੇਲ ਆ ਜਿਹੜਾ ਉਹ ਤੁਸੀਂ 24 ਘੰਟੇ ਇੱਥੇ ਕਰ ਸਕਦੇ ਹੋ। ਇਹਨਾਂ ਦੇ ਪਲੰਦੇ ਆ ਜਿਹੜੇ ਉਹ ਮੇਰੇ ਕੋਲ ਭੇਜੋ, ਜਿਹੜੇ ਤੁਹਾਡੀ ਮਦਦ ਕੀਤੀ ਜਾ ਸਕੇ। ਚਾਹੇ ਹੁਣ ਕਿਉਂਕਿ ਕੈਨੇਡੀਅਨ ਗਵਰਨਮੈਂਟ ਅਗੇਂਸਟ ਹੋਗੀ, ਉਹਨਾਂ ਨੂੰ ਅਸੀਂ ਦੱਸਾਂਗੇ, ਐਮਬੈਸੀ ਦੇ ਥਰੂ ਦੱਸਾਂਗੇ ਵੀ ਇਹਨਾਂ ਨੇ ਕਿੱਥੇ ਕਿੱਥੇ ਕੀ ਕੀਤਾ ਹੈ। ਇਹਨਾਂ ਦਾ ਹੁਣ ਬਿਲਕੁਲ ਇਹਨਾਂ ਨੂੰ ਹੁਣ ਖਤਮ ਕਰਨ ਦਾ ਜਿਹੜਾ ਟਾਈਮ ਹੈ, ਇਹਨਾਂ ਦਾ ਅੰਤ ਆ ਗਿਆ। ਤੇ ਇਸ ਕਰਕੇ ਮੈਂ ਦੁਬਾਰਾ ਦੱਸਦਾ ਰਵਨੀਤ ਬਿੱਟੂ @gmail.com ਤੇ ਤੁਸੀਂ ਆਪਣੀ ਮੇਲ ਕਰਕੇ ਮੈਨੂੰ ਇਹਨਾਂ ਦੇ ਸਾਰੇ ਜੋ ਵੀ ਇਹਨਾਂ ਦੇ ਗਲਤ ਕੰਮ ਨੇ ਕੱਲੇ ਕਰਕੇ ਮੈਨੂੰ ਇਸ ਗੱਲ ਕਰਕੇ ਉਹ ਬਚਾਓ ਤੇ ਜਿਹੜੀ ਅਸੀਂ ਇਕੱਠੇ ਹੋ ਕੇ ਤੁਹਾਡੀ ਮਦਦ ਕਰ ਸਕੀਏ। ਕਿਹੜੇ ਗੁਰਦੁਆਰਿਆਂ ਸਾਹਮਣੇ ਤੇ ਕਬਜ਼ਾ ਕੀਤਾ, ਕਿੱਥੇ ਦਾ ਇਹ ਫੰਡ ਖਾ ਰਹੇ ਆ, ਕਿਹੜੀ ਪ੍ਰਾਪਰਟੀਆਂ ਤੁਹਾਡੀਆਂ ਇਹਨਾਂ ਨੇ ਦਬੀਆਂ, ਕੋਈ ਇਹਨਾਂ ਨੇ ਲੜਾਈ ਝਗੜੇ ਕੀਤੇ ਆ ਪਿੱਛੇ ਇੰਡੀਆ ਪੰਜਾਬ 'ਚ ਕਿਤੇ ਵੀ ਦੇਸ਼ ਦੇ ਵਿੱਚ ਇਹਨਾਂ ਨੇ ਫਰਾਡ ਕਰਕੇ ਭੱਜੇ ਹੋਏ ਆ, ਤੇ ਕਿਹੜੇ ਇਹਨਾਂ ਦੇ ਕੇਸਿਸ ਨੇ ਪਿੱਛੇ ਇਹਨਾਂ ਦੇ ਰਿਸ਼ਤੇਦਾਰਾਂ ਤੇ ਜਿਹੜਾ ਤੁਹਾਨੂੰ ਤੰਗ ਕਰ ਰਹੇ ਆ। ਉਹ ਇੱਕ ਗੱਲ ਮੈਂ ਜ਼ਰੂਰ ਨਾਲ ਐਡ ਕਰਨੀ ਚਾਹੁੰਦਾ, ਸਾਡੇ ਸਰਮੌਰ ਸੰਸਥਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਟੈਂਪਰੇਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਅੱਜ ਸਮਝੋ ਗੱਲ, ਦੇਖੋ ਇੱਕ ਬਗਾਨਾ ਮੁਲਕ ਉੱਥੇ ਉਹਨੇ ਅੱਜ ਇਹਨਾਂ ਨੂੰ ਬੈਨ ਕਰਤਾ ਵੀ ਇਹ ਸਾਡੀ ਧਰਤੀ, ਅਸੀਂ ਰੈਫਰੈਂਡਮ ਲਈ ਤੇ 2020 ਲਈ ਵਰਤਣੀ। ਆਪਣੇ ਨਾਲੋਂ ਤਾਂ ਯਾਨੀ ਕਿ ਉਹ ਸਿਆਣੇ ਨੇ। ਤੁਸੀਂ ਆਪਣੇ ਦੇਸ਼ 'ਚ ਬਹਿ ਕੇ ਦੇਖੋ, ਆਪਣੇ ਦੇਸ਼ 'ਚ ਬਹਿ ਕੇ ਰੈਫਰੈਂਡਮ 2020 ਦੇ ਹੱਕ 'ਚ ਗੱਲ ਕਰਦੇ ਹੋ ਤੇ ਰੈਫਰੈਂਡਮ ਦੀ ਗੱਲ ਕਰਦੇ ਹੋ, ਕਾਨੂੰਨਾਂ ਦੀ ਗੱਲ ਕਰਦੇ ਹੋ। ਤੇ ਅੱਜ ਤੁਸੀਂ ਆਪ ਅੰਦਾਜ਼ਾ ਲਾਓ, ਅੱਜ ਆਪ ਗੱਲ ਸਮਝੋ ਵੀ ਜਿਹੜੀ ਤੁਸੀਂ ਗੱਲ ਕਹੀ ਸੀ, ਮੈਂ ਤੁਹਾਨੂੰ ਬਾਰ-ਬਾਰ ਹੱਥ ਜੋੜ ਕੇ ਬੇਨਤੀਆਂ ਕਰਦਾ ਸੀ ਵੀ ਸ਼ਬਦ ਵਾਪਸ ਲੈ ਲਓ, ਇਹ ਕੋਈ ਸ਼ੋਭਾ ਨਹੀਂ ਦਿੰਦੇ। ਤੁਸੀਂ ਜਥੇਦਾਰ ਸਾਹਿਬ ਹੋ, ਅਕਾਲ ਤਖਤ ਸਾਹਿਬ ਨੇ ਉੱਥੇ ਹੀ ਰਹਿਣਾ ਹੈ, ਉਹਨਾਂ ਦੇ ਅਹੁਦਿਆਂ ਤੇ ਆ ਜਥੇਦਾਰ ਬਹੁਤ ਗਏ, ਬਹੁਤਾਂ ਦੇ ਨਾਂ ਇਤਿਹਾਸ 'ਚ ਲਿਖੇ ਗਏ, ਚੰਗੇ ਨਾਂ ਲਿਖੇ ਗਏ। ਬਹੁਤ ਜਥੇਦਾਰਾਂ ਦੇ ਇਹ ਹੋਇਆ ਵੀ ਗੁਰੂ ਮਹਾਰਾਜ ਦੀ ਜੇ ਬੇਅਦਬੀ ਹੋਈ ਉਹ ਜਥੇਦਾਰ ਸਾਹਿਬ ਦੇ ਮੌਕੇ ਹੋਈ, ਜੇ ਡੇਰਾ ਸਿਰਸੇ ਵਾਲੇ ਨੂੰ ਮਾਫ ਕੀਤਾ, ਸਾਡੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਉਹਨੇ ਮੈਂ ਤਾਂ ਉਹ ਸ਼ਬਦ ਨਹੀਂ ਵਰਤਣਾ ਚਾਹੁੰਦਾ ਵੀ ਉਹਨਾਂ ਦੇ ਇੱਕ ਫੋਟੋ ਉਹਨਾਂ ਦੇ ਨਾਲ ਬਰਾਬਰ ਉਹਨੇ ਉਹ ਜਿਹੇ ਬਣ ਕੇ ਕੋਸ਼ਿਸ਼ ਕੀਤੀ, ਤੇ ਉਹਨੂੰ ਵੀ ਤੁਸੀਂ ਮਾਫੀ ਜਿਹੜੀ ਆ ਇਸ ਅਕਾਲ ਤਖਤ ਸਾਹਿਬ ਤੋਂ ਦਿੱਤੀ ਹੈ ਜਥੇਦਾਰ ਨੇ। ਤੇ ਅੱਜ ਤੁਹਾਡੇ ਕੋਲ ਮੌਕਾ ਹੈ ਤੇ ਤੁਹਾਡੇ ਵੇਲੇ ਸਭ ਤੋਂ ਵੱਧ ਜੇ ਕਿਸੇ ਵਕਤ ਬੇਅਦਬੀਆਂ ਹੋਈਆਂ ਉਹ ਸਾਰੀਆਂ ਤੁਹਾਡੇ ਵਕਤ ਹੋਈਆਂ। ਅੱਜ ਇਹ ਕਹਿੰਦੇ ਡਰ ਲੱਗਦਾ ਵੀ 200 ਦੇ ਉੱਤੇ ਗੁਰੂ ਮਹਾਰਾਜ ਦੀਆਂ ਬੀੜ ਸਾਹਿਬ ਉਹ ਤੁਹਾਨੂੰ ਕਮੇਟੀਆਂ ਬਿਠਾਉਣੀਆਂ ਪੈ ਰਹੀਆਂ। ਕਿਹੜੇ ਦਿਨ ਆ ਗਏ ਕਲਯੁਗ ਦੇ ਵੀ ਉਹਦੇ ਲਈ ਵੀ ਤੁਸੀਂ ਕੋਈ ਐਕਸ ਜੱਜ, ਕੋਈ ਐਕਸ ਵਕੀਲ, ਕੋਈ ਫਲਾਣਾ ਬਣਾ ਰਹੇ ਹੋ ਵੀ ਗੁਰੂ ਮਹਾਰਾਜ ਦੀਆਂ 200 ਤੋਂ ਉੱਤੇ ਬੀੜ ਸਾਹਿਬ ਕਿੱਥੇ ਚਲੇ ਗਏ। ਜਥੇਦਾਰ ਸਾਹਿਬ ਤੁਹਾਡੇ ਕੋਲ ਤਾਂ ਇਸ ਗੱਲ ਦਾ ਜਵਾਬ ਨਹੀਂ। ਕਿੱਡੀ ਬੜੀ ਇਹ ਤੁਹਾਡੇ ਤੇ ਧੱਬਾ ਹੈ ਵੀ ਤੁਸੀਂ ਜਿੱਥੇ ਗੁਰੂ ਗ੍ਰੰਥ ਸਾਹਿਬ ਉਸ ਸਥਾਨ ਤੋਂ ਜਿੱਥੇ ਚਪਾਈ ਹੁੰਦੀ ਹੈ, ਜਿੱਥੇ ਸਭ ਕੁਝ ਹੁੰਦਾ, ਉੱਥੋਂ ਗੁਰੂ ਗ੍ਰੰਥ ਸਾਹਿਬ ਦਾ ਪਤਾ ਨਾ ਲੱਗੇ। ਆਪਾਂ ਤਾਂ ਇੱਕ ਗੁਰੂ ਗ੍ਰੰਥ ਸਾਹਿਬ
ਜਿਹੜੀ ਸਿਰਸੇ ਵਾਲਿਆਂ ਨੇ ਸਾਡੇ ਅੰਗ ਪਾੜੇ ਤੇ ਅਸੀਂ ਤਾਂ ਉਹਨਾਂ ਦਾ ਹਿਸਾਬ ਲੈਣ ਨੂੰ ਜਿਹੜਾ ਸਾਰਾ ਪੰਜਾਬ ਸਿੱਖ ਨੇ ਜਿਹੜੇ ਉਹ ਰੋਜ਼ ਕਰਲਾ ਰਹੇ ਨੇ ਤੇ ਇੱਥੇ ਤਾਂ 200 ਵੀਰਾਂ ਤੋਂ ਉੱਤੇ ਤੁਹਾਡੇ ਕੋਲ ਕੋਈ ਉਹਦਾ ਹਿਸਾਬ ਨਹੀਂ, ਪਤਾ ਨਹੀਂ ਕਿੱਥੇ। ਤੁਸੀਂ ਆਪ ਮੰਨ ਰਹੇ ਹੋ, ਕੋਈ ਤੁਹਾਡੇ ਤੇ ਰੋਕ ਨਹੀਂ ਲਾ ਰਹੇ, ਤੁਸੀਂ ਆਪ ਕਮੇਟੀ ਬਿਠਾਤੀ। ਤੇ ਲੌਂਗੋਵਾਲ ਸਾਹਿਬ ਜ਼ਰੂਰ ਕਿਤੇ ਨਾ ਕਿਤੇ ਸੋਚੋ, ਮਾਫ ਕਰੋ। ਤੇ ਇਹ ਜਵਾਬ ਨੇ ਜਿਹੜੇ ਬਾਦਲ ਸਾਹਿਬ ਤੋਂ, ਜੇ ਤੁਸੀਂ ਆਪਣੇ ਆਪ ਨੂੰ ਥੋੜਾ ਬਹੁਤਾ ਸਮਝਦੇ ਹੋ ਨਾ ਜਥੇਦਾਰ, ਤਾਂ ਹਰਸਿਮਰਤ ਜੀ ਰੋਜ਼ ਆਉਂਦੇ ਆ, ਬਾਦਲ ਸਾਹਿਬ ਰੋਜ਼ ਆਉਂਦੇ ਆ, ਤੇ ਉਹਨਾਂ ਨੂੰ ਵੀ ਪੁੱਛੋ ਕਿ ਕਿਉਂ ਸਭ ਤੋਂ ਮਾਫੀਆਂ ਕਰਵਾਈਆਂ, ਕਿਉਂ ਪਿਕਚਰਾਂ ਬਣਵਾਉਣ 'ਚ ਜਿਹੜਾ ਹੈ ਉਹਦਾ ਸਾਥ ਦਿੱਤਾ। ਕਦੇ ਹੈ ਹਿੰਮਤ ਜਥੇਦਾਰ ਜੀ ਪੁੱਛਣ ਦੀ? ਬੱਲੀਆਂ ਬੜੀਆਂ ਬਾਕੀ ਤਾਂ ਗੱਲਾਂ ਕਰਦੇ ਆ, ਜਿਹਦੀ ਜੇਬ ਬਾਦਲ ਸਾਹਿਬ ਦੀ ਜਿਹੜੀ ਜੇਬ ਚੋਂ ਪਰਚੀ ਚੋਂ ਨਿਕਲੇ ਹੋ, ਉਹਨਾਂ ਨੇ ਮੂਹਰੇ ਕੋਈ ਗੱਲ ਕਰਕੇ ਦਿਖਾਈ ਕਿ ਤੁਹਾਨੂੰ ਜਥੇਦਾਰ ਨਹੀਂ ਮੰਨਣਾ। ਪਰ ਅੱਜ ਤੁਹਾਨੂੰ ਵੀ ਇਹ ਬਹੁਤ ਵੱਡਾ ਸਬਕ ਆ ਜਿਹੜਾ NRI ਸਾਡੇ ਪਰਿਵਾਰਾਂ ਨੇ, ਕੈਨੇਡੀਅਨ ਗਵਰਨਮੈਂਟ ਨੇ ਇਹ ਦੱਸਿਆ ਵੀ ਜੇ ਕੋਈ ਦੇਸ਼ ਦੇ ਉਲਟ ਮਨਸੂਬੇ ਬਣਾਏਗਾ, ਉਹਦੇ ਉਲਟ ਅਸੀਂ ਫੈਸਲੇ ਲੈ ਕੇ ਉਹਨੂੰ ਬਰਦਾਸ਼ਤ ਨਹੀਂ ਕਰਾਂਗੇ ਕਿ ਤੁਸੀਂ ਵੀ ਉਸ ਮਨਸੂਬੇ ਦੇ ਵਿੱਚ ਸ਼ਾਮਲ ਹੋ। ਇਸ ਕਰਕੇ ਤੁਸੀਂ ਆਪ ਸਮਝ ਲਓ ਵੀ ਉਹ ਗੱਲਾਂ ਤੁਹਾਡੀਆਂ ਕਹੀਆਂ ਹੋਈਆਂ ਤਾਂ ਅੱਜ ਕੀ ਹਾਲ ਆ। ਜਿਨ੍ਹਾਂ ਦੀ ਤੁਸੀਂ ਸਪੋਰਟ ਕੀਤੀ ਸੀ, ਥੋੜੇ ਦਿਨ ਰਹਿ ਗਏ ਜਦੋਂ ਉਹਨਾਂ ਨੂੰ ਉਰੇ ਹੱਥਕੜੀਆਂ ਲਾ ਕੇ ਜਿਹੜਾ ਹੈ ਉਹ ਸਰਕਾਰਾਂ, ਉਹਨਾਂ ਦੀਆਂ ਸਰਕਾਰਾਂ ਉਰੇ ਭੇਜਣਗੀਆਂ, ਤੇ ਫਿਰ ਤੁਸੀਂ ਦੇਖ ਲਿਓ ਵੀ ਉਹਨਾਂ ਨੇ ਗਲਾਂ 'ਚ ਸਰੋਪੇ ਤੁਸੀਂ ਪਾਉਣੇ ਆ ਜਾ ਕੇ, ਜਾਂ ਤੁਸੀਂ ਆਪਣੇ ਦੇਸ਼ ਨਾਲ ਖੜੋਗੇ। ਇਹ ਵੀ ਇੱਕ ਬਹੁਤ ਵੱਡਾ ਸਵਾਲ ਆਉਣ ਵਾਲੇ ਦਿਨਾਂ ਦੇ ਵਿੱਚ। ਥੋੜੇ ਮੈਂ ਤਾਂ 1 ਸਾਲ ਹੀ ਗਿਆ ਸੀ, ਉਹਦੇ ਵਿੱਚ ਤੁਹਾਡੇ ਮੂਹਰੇ ਆਉਂਦੇ। ਇੱਕ ਮੈਂ ਹੈਰਾਨ ਹੋ ਗਿਆ, ਮੈਨੂੰ ਇੱਕ ਟੈਲੀਫੋਨ ਕਾਲ ਆਇਆ, ਉਹ ਕਹਿੰਦੇ ਜੀ ਇਹ ਪੰਨੂ ਜਿਹੜਾ ਹੈ, ਇਹਨਾਂ ਦੇ ਕੁਝ ਬੰਦੇ ਪਿੱਛੇ ਹੋਏ ਬੈਠੇ ਆ, ਤੇ ਮੇਰੀ ਜਿਹੜੀ ਮੈਰਿਡ ਲਾਈਫ ਆ, ਮੇਰੇ 3 ਬੇਟੀਆਂ, ਉਹ ਡਿਸਟਰਬ ਕਰ ਰਹੇ ਆ, ਤੇ ਮੈਨੂੰ ਮਤਲਬ ਇਹਨਾਂ ਨੇ ਜੁੜਾ ਦੁਗਰ ਕੀਤਾ ਹੋਇਆ, ਉਹਨਾਂ ਦਾ ਜਿਹੜਾ ਬ੍ਰਦਰ ਇਨ ਲਾਅ ਆ ਕਿਤੇ ਨਾ ਕਿਤੇ ਉਹ ਇਹਨਾਂ ਨਾਲ ਜੁੜਿਆ ਹੋਇਆ, ਤੇ ਕਹਿੰਦੇ ਜੀ ਮੇਰਾ ਰਿਸ਼ਤਾ ਇਹਨਾਂ ਨੇ ਖਰਾਬ। ਮਤਲਬ ਇਹ ਜਿਹੇ ਹੱਦਾਂ ਤੱਕ ਜਿਹੜੀਆਂ ਇਹ ਟੱਪ ਚੁੱਕੇ ਘਰ ਘਰ ਇਹ ਜਿਹੜਾ ਹੈ ਉਹ ਧਮਕੀਆਂ ਦੇ ਕੇ ਲੋਕਾਂ ਦੇ ਬੱਚਿਆਂ ਤੱਕ ਜਿਹੜਾ ਉਹਨਾਂ ਨੂੰ ਬਰਬਾਦ ਕਰਨ ਲੱਗੇ ਹੋਏ ਆ। ਤੇ ਬਹੁਤ ਇੱਕ ਦੁਬਾਰਾ ਮੈਂ ਥੋੜਾ ਲੰਬਾ ਲੈ ਗਿਆ, ਬਹੁਤ ਤੁਹਾਨੂੰ ਸਾਰੇ NRI ਜਿਹੜੇ ਸ਼ਾਂਤੀ ਚਾਹੁੰਦੇ ਆ, ਪੰਜਾਬ ਚਾਹੁੰਦੇ ਆ, ਹਿੰਦੁਸਤਾਨ ਆਪਣਾ ਦੇਸ਼ ਚਾਹੁੰਦੇ ਆ, ਮਿੱਟੀ ਨਾਲ ਪਿਆਰ ਕਰਦੇ ਆ, ਦੁਬਾਰਾ ਉਹਨਾਂ ਨੂੰ ਮੁਬਾਰਕਾਂ ਵੀ ਇੱਕ ਉਹਨਾਂ ਨੇ ਐਸਾ ਪ੍ਰੈਸ਼ਰ ਬਣਾਇਆ, ਐਸਾ ਸੁਨੇਹਾ ਆਪਣੀਆਂ ਸਰਕਾਰਾਂ ਨੂੰ ਦੇਸ਼ 'ਚ ਦਿੱਤਾ, ਤੇ ਉਹ ਸਰਕਾਰਾਂ ਵੀ ਅੱਜ ਜਿਹੜੀਆਂ ਨੇ, ਉਹ ਦੇਸ਼ ਵੀ ਅੱਜ ਜਿਹੜੇ ਨੇ ਉਹ ਥੋੜੀ ਤਾਕਤ ਮੂਹਰੇ ਅੱਜ ਝੁਕੇ ਨੇ। ਇਹਨਾਂ ਦੇ ਜੰਜਾਲ 'ਚੋਂ, ਇਹਨਾਂ ਦੇ ਜਿਹੜਾ ਇਹਨਾਂ ਨੇ ਪਹਿਲਾਂ ਖਰੂਆ ਬਣਾਇਆ ਹੋਇਆ ਸੀ, ਉਹਦੇ ਵਿੱਚੋਂ ਨਿਕਲ ਕੇ ਅੱਜ ਇਹ ਫੈਸਲੇ ਹੋਏ ਨੇ। ਬਹੁਤ ਬਹੁਤ ਮੁਬਾਰਕਬਾਦ, ਧੰਨਵਾਦ, ਜੈ ਹਿੰਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਅਸੀਂ ਚੱਕਾਂਗੇ ਤੁਹਾਡੇ ਹੱਕ ਦੀ ਆਵਾਜ਼।